ਸਤਿ ਸ਼੍ਰੀ ਅਕਾਲ। ਤੁਸੀਂ PNCN ਦੇਖ ਰਹੇ ਹੋ। ਅੱਜ ਦੇ ਇਸ ਲਾਈਵ ਦੇ ਵਿੱਚ ਸਵਾਗਤ ਹੈ, ਜਿਸ ਦੇ ਵਿੱਚ ਤੁਹਾਡੇ ਨਾਲ ਅਸੀਂ ਕੈਨੇਡਾ ਭਰ ਤੋਂ ਕਈ ਖਬਰਾਂ ਵੀ ਸਾਂਝੀਆਂ ਕਰਾਂਗੇ। ਪਰ ਉਸ ਤੋਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੋ ਇੱਕ ਕਾਫੀ ਮੰਦਭਾਗਾ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ, ਪਰ ਇਹ ਘਰ ਘਰ ਦੀ ਕਹਾਣੀ ਵੀ ਹੈ ਕਿ ਜਿੱਥੇ ਬਾਹਰਲੇ ਮੁਲਕਾਂ ਵਿੱਚ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਦੇ ਲਈ ਮਾਪੇ ਇੱਕ ਚੰਗੀ ਉਮੀਦ ਦੇ ਨਾਲ ਭੇਜਦੇ ਨੇ। ਖਾਸ ਤੌਰ ਦੇ ਉੱਤੇ ਉਹ ਲੜਕੀਆਂ ਜਿਨ੍ਹਾਂ ਨੂੰ ਵਿਆਹ ਕੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਜਾਂ ਹੋਰ ਦੇਸ਼ਾਂ ਦੇ ਵਿੱਚ ਭੇਜਿਆ ਜਾਂਦਾ ਹੈ, ਇਸੇ ਉਮੀਦ ਦੇ ਨਾਲ ਕਿ ਉਹ ਇੱਕ ਸੋਹਣੀ ਜ਼ਿੰਦਗੀ ਉੱਥੇ ਜਿਉਣਗੀਆਂ ਪਰਿਵਾਰਾਂ ਦੇ ਵਿੱਚ ਬਾਹਰਲੇ ਮੁਲਕਾਂ ਵਿੱਚ, ਜੋ ਕਿ ਰੰਗ ਬਿਰੰਗੀ ਜ਼ਿੰਦਗੀ ਸੋਸ਼ਲ ਮੀਡੀਆ ਦੇ ਉੱਤੇ ਦਿਖਾਈ ਦਿੰਦੀ ਹੈ। ਪਰ ਹਮੇਸ਼ਾ ਕੁਝ ਅਜਿਹਾ ਨਹੀਂ ਹੁੰਦਾ। ਜਿਵੇਂ ਕਿ ਬਾਹਰਲੇ ਮੁਲਕਾਂ ਵਿੱਚ ਆਉਣ ਦੇ ਕਈ ਤਰ੍ਹਾਂ ਦੇ ਜ਼ਰੀਏ ਨੇ, ਇਸ ਦੇ ਨਾਲ ਹੀ ਇੱਕ ਇਹ ਵੀ ਜ਼ਰੀਆ ਹੈ ਕਿ ਜੋ ਵਿਆਹ ਕਰਵਾ ਕੇ ਭੇਜਿਆ ਜਾਂਦਾ ਹੈ, ਫਿਰ ਬੇਸ਼ੱਕ ਉਹ ਲੜਕੇ ਹੋਣ ਜਾਂ ਲੜਕੀਆਂ, ਪਰ ਬਾਹਰਲੇ ਮੁਲਕਾਂ ਵਿੱਚ ਜਿਹੜੇ ਕਿ ਵਿਆਹ ਕਰਵਾ ਕੇ ਆਉਂਦੇ ਨੇ, ਉਹਨਾਂ ਵਿੱਚ ਕਈਆਂ ਨੂੰ ਮਾਨਸਿਕ ਤੌਰ ਦੇ ਉੱਤੇ ਜਾਂ ਫਿਰ ਸਰੀਰਕ ਤੌਰ ਦੇ ਉੱਤੇ ਹਿੰਸਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਘਰੇਲੂ ਹਿੰਸਾ ਦਾ ਹੀ ਨਤੀਜਾ ਹੈ ਕਿ ਜੋ 30 ਸਾਲ ਦੀ ਮਨਦੀਪ ਕੌਰ ਨੇ ਦਮ ਤੋੜ ਦਿੱਤਾ ਕਿ ਸੋਸ਼ਲ ਮੀਡੀਆ ਦੇ ਉੱਤੇ ਆਖਰੀ ਇੱਕ ਵੀਡੀਓ ਉਸਨੇ ਸਾਂਝੀ ਕੀਤੀ, ਜਿਸ ਦੇ ਵਿੱਚ ਉਸਨੇ ਕਈ ਗੱਲਾਂ ਸਾਂਝੀਆਂ ਕੀਤੀਆਂ ਕਿ ਉਸ ਦੇ ਨਾਲ ਕਈ ਸਾਲ ਤੋਂ ਕਿਸ ਤਰ੍ਹਾਂ ਕੁੱਟਮਾਰ ਹੋ ਰਹੀ ਸੀ। ਜਿਸ ਤੋਂ ਬਾਅਦ ਹੋਰ ਵੀ ਕਈ ਵੀਡੀਓ ਸਾਹਮਣੇ ਆ ਰਹੀਆਂ ਨੇ। ਦ ਕੌਰ ਮੂਵਮੈਂਟ ਜੋ ਕਿ ਇੱਕ ਸੰਸਥਾ ਹੈ, ਉਹ ਵੀ ਲਗਾਤਾਰ ਜਾਣਕਾਰੀ ਸਾਂਝੇ ਕਰ ਰਹੇ ਨੇ। ਉਸ ਦੇ ਉੱਤੇ ਕਈ ਵੀਡੀਓ ਸਾਹਮਣੇ ਆਈਆਂ ਨੇ, ਜਿਸ ਤੋਂ ਪਤਾ ਲੱਗਦਾ ਕਿ ਕਿਸ ਤਰ੍ਹਾਂ ਮਨਦੀਪ ਕੌਰ ਦੇ ਨਾਲ ਕਿੰਨਾ ਜ਼ਿਆਦਾ ਘਰੇਲੂ ਹਿੰਸਾ ਜੋ ਹੁੰਦੀ ਸੀ ਤੇ ਮਾਨਸਿਕ ਤੌਰ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਸੀ, ਜਿਸ ਤੋਂ ਬਾਅਦ ਉਹ ਅਜਿਹਾ ਕਦਮ ਚੁੱਕਣ ਦੇ ਲਈ ਮਜਬੂਰ ਹੋਈ। ਪਰ ਫਿਰ ਵੀ ਇਸ ਦੌਰਾਨ ਕਈ ਸਵਾਲ ਖੜੇ ਹੁੰਦੇ ਨੇ ਕਿ ਅਜਿਹੇ ਵਿੱਚ ਉਸਨੇ ਆਪਣੇ ਪਰਿਵਾਰ ਨੂੰ ਸੰਪਰਕ ਕਿਉਂ ਨਹੀਂ ਕੀਤਾ, ਕਿਸੇ ਦੇ ਨਾਲ ਗੱਲਬਾਤ ਕਰਕੇ ਆਪਣੇ ਦੁੱਖ ਨੂੰ ਸਾਂਝਾ ਕਿਉਂ ਨਹੀਂ ਕੀਤਾ ਤੇ ਅਜਿਹਾ ਕਦਮ ਕਿਉਂ ਚੁੱਕਿਆ ਜਦ ਕਿ ਆਪਣੇ ਪਿੱਛੇ 2 ਛੋਟੀਆਂ ਬੱਚੀਆਂ ਨੂੰ ਛੱਡ ਗਈ ਹੈ। ਇਸ ਦੌਰਾਨ ਇਹ ਵੀ ਹੈ ਕਿ ਜਦੋਂ ਵੀ ਵਿਆਹ ਕੇ ਲੜਕੀਆਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ, ਤਾਂ ਉਸ ਤੋਂ ਬਾਅਦ ਮਾਪੇ ਉਹਨਾਂ ਤੋਂ ਹਮੇਸ਼ਾ ਚੰਗੀ ਖਬਰ ਤੇ ਉਹਨਾਂ ਤੋਂ ਸੁੱਖ ਦੀ ਜ਼ਿੰਦਗੀ ਦੇ ਬਾਰੇ ਗੱਲਾਂ ਸੁਣਨੀਆਂ ਹੀ ਇਸ ਦੀ ਉਮੀਦ ਰੱਖਦੇ ਨੇ, ਤੇ ਉਹ ਕੁੜੀਆਂ ਵੀ ਕੁਝ ਅਜਿਹੀਆਂ ਗੱਲਾਂ ਹੀ ਸੁਣਾਉਂਦੀਆਂ ਨੇ। ਤਾਂ ਇਸ ਦੌਰਾਨ ਜੇਕਰ ਉਹਨਾਂ ਨੂੰ ਭਰੋਸੇ ਵਿੱਚ ਲਿਆ ਜਾਵੇ, ਉਹਨਾਂ ਦੇ ਨਾਲ ਅਜਿਹੀ ਗੱਲਬਾਤ ਕੀਤੀ ਜਾਵੇ ਕਿ ਉਹ ਜੇਕਰ ਕਿਸੇ ਗੱਲ ਤੋਂ ਦੁਖੀ ਨੇ ਤਾਂ ਆਪਣੇ ਦੁੱਖ ਨੂੰ ਵੀ ਸਾਂਝਾ ਕਰ ਸਕਦੀਆਂ ਨੇ ਤੇ ਉਸ ਦਾ ਸਾਥ ਦੇਣ ਦੇ ਲਈ ਵੀ ਹਮੇਸ਼ਾ ਨਾਲ ਮੌਜੂਦ ਨੇ, ਤਾਂ ਅਜਿਹੇ ਵਿੱਚ ਹੋ ਸਕਦਾ ਹੈ ਕਿ ਕਈ ਅਜਿਹੀਆਂ ਲੜਕੀਆਂ ਜਿਹੜੀਆਂ ਕਿ ਦਬ ਘੁੱਟ ਕੇ ਕਈ ਸਾਲ ਜਾਂ ਫਿਰ ਆਪਣੀ ਪੂਰੀ ਜ਼ਿੰਦਗੀ ਵੀ ਅਜਿਹੇ ਮਾਹੌਲ ਦੇ ਵਿੱਚ ਕੱਢ ਦਿੰਦੀਆਂ ਨੇ ਜਿੱਥੇ ਰਹਿਣਾ ਬੇਹੱਦ ਮੁਸ਼ਕਲ ਹੋਵੇ, ਤਾਂ ਅਜਿਹਾ ਉਹ ਨਾ ਕਰਨ ਤੇ ਇੱਕ ਵਧੀਆ ਜ਼ਿੰਦਗੀ ਉਹ ਜਿਉ ਸਕਣ। ਜਿਵੇਂ ਕਿ ਚੰਦ ਤੱਕ ਪਹੁੰਚਣ ਦੀਆਂ ਗੱਲਾਂ ਅੱਜ ਕੱਲ੍ਹ ਕੀਤੀਆਂ ਜਾਂਦੀਆਂ ਨੇ, ਤਾਂ ਦੂਜੇ ਪਾਸੇ ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਕਿ ਘਰ ਦੇ ਵਿੱਚ ਹੀ ਇੱਕ ਵਿਅਕਤੀ, ਇੱਕ ਇਨਸਾਨ, ਉਸਨੂੰ ਇਨਸਾਨ ਤੱਕ ਨਹੀਂ ਸਮਝਿਆ ਜਾਂਦਾ, ਫਿਰ ਬੇਸ਼ੱਕ ਕੋਈ ਉਹ ਔਰਤ ਹੋਵੇ ਜਾਂ ਪੁਰਸ਼ ਹੋਵੇ, ਕਿਉਂਕਿ ਘਰੇਲੂ ਹਿੰਸਾ ਦੇ ਮਾਮਲੇ ਸਾਰਿਆਂ ਦੇ ਨਾਲ ਵੱਖੋ ਵੱਖਰੇ ਪੱਧਰ ਦੇ ਉੱਤੇ ਸਾਹਮਣੇ ਆਉਂਦੇ ਨੇ। ਪਰ ਜੇਕਰ ਕੈਨੇਡਾ ਦੇ ਵਿੱਚ ਸਾਲ 2019 ਦੇ ਅੰਕੜਿਆਂ ਦੀ ਗੱਲ ਕਰੀਏ, ਤਾਂ ਜਿਵੇਂ ਕਿ ਅੰਕੜੇ ਸਾਂਝੇ ਕੀਤੇ ਗਏ ਪੁਲਿਸ ਰਿਪੋਰਟ ਮੁਤਾਬਕ 1 ਲੱਖ ਤੋਂ ਵੱਧ ਘਰੇਲੂ ਹਿੰਸਾ ਦੇ ਮਾਮਲੇ ਸਾਹਮਣੇ ਆਏ ਨੇ, ਜਿਸ ਦੇ ਵਿੱਚ ਜੋ ਉਹਨਾਂ ਦੇ ਜੀਵਨ ਸਾਥੀ ਨੇ ਉਹਨਾਂ ਨੇ ਹੀ ਹਿੰਸਾ ਕੀਤੀ, ਜਿਸ ਦੇ ਵਿੱਚ 70% ਤੋਂ ਵੱਧ ਮਾਮਲੇ ਅਜਿਹੇ ਨੇ ਜਿਹੜੇ ਕਿ ਔਰਤਾਂ ਦੇ ਨਾਲ ਵਾਪਰੇ ਨੇ ਜੋ ਘਰੇਲੂ ਹਿੰਸਾ ਹੋਈ ਹੈ। ਉਸ ਦੇ ਵਿੱਚ ਕਈ ਅਜਿਹੇ ਮਾਮਲੇ ਨੇ ਜਿਸ ਦੇ ਵਿੱਚ ਕਤਲ ਤੱਕ ਦੇ ਮਾਮਲੇ ਸਾਹਮਣੇ ਆਏ ਨੇ। ਤਾਂ ਅਜਿਹਾ ਹੀ ਹਰ ਵੱਖੋ ਵੱਖਰੇ ਦੇਸ਼ ਤੋਂ ਵੱਖੋ ਵੱਖਰੇ ਅੰਕੜੇ ਨੇ। ਤਾਂ ਇਸ ਦੌਰਾਨ ਧਿਆਨ ਦੇਣ ਦੀ ਗੱਲ ਹੈ ਕਿ ਜਿਹੜੀਆਂ ਲੜਕੀਆਂ ਖਾਸ ਤੌਰ ਦੇ ਉੱਤੇ, ਜਿਵੇਂ ਕਿ ਇਸ ਸਮੇਂ ਆਪਾਂ ਪੰਜਾਬੀਆਂ ਦੀ ਗੱਲ ਕਰ ਰਹੇ ਹਾਂ, ਪੰਜਾਬੀ ਭਾਸ਼ਾ ਦੇ ਵਿੱਚ ਗੱਲ ਕਰ ਰਹੇ ਹਾਂ, ਤੇ ਉਹ ਪੰਜਾਬੀ ਕੁੜੀਆਂ ਜਿਹੜੀਆਂ ਕਿ ਵਧੀਆ ਉਮੀਦ ਦੇ ਨਾਲ ਵਿਆਹ ਕਰਵਾ ਕੇ ਬਾਹਰਲੇ ਮੁਲਕਾਂ ਦੇ ਵਿੱਚ ਆਉਂਦੀਆਂ ਨੇ, ਪਰਿਵਾਰ ਭੇਜਦੇ ਨੇ। ਹਾਲਾਤ ਕੁਝ ਹੋਰ ਤਰੀਕੇ ਦੇ ਵੀ ਹੋ ਸਕਦੇ ਨੇ, ਉਹਨਾਂ ਦਾ ਵੀ ਕਿਤੇ ਨਾ ਕਿਤੇ ਕੋਈ ਕਸੂਰ ਹੋ ਸਕਦਾ ਹੈ, ਪਰ ਉਹ ਮਾਮਲੇ ਜਿੱਥੇ ਕਿ ਲਗਾਤਾਰ ਉਹ ਮਾਨਸਿਕ ਦਬਾਅ ਦਾ ਪੂਰੇ ਪਰਿਵਾਰ ਦੇ ਵੱਲੋਂ ਜਾਂ ਆਪਣੇ ਜੀਵਨ ਸਾਥੀ ਦੇ ਵੱਲੋਂ ਸਾਹਮਣਾ ਕਰਦੀਆਂ ਨੇ, ਤੇ ਅਜਿਹੇ ਦੇ ਵਿੱਚ ਵੀ ਉਹ ਜ਼ਿੰਦਗੀ ਜਿਉਂਦੀਆਂ ਨੇ। ਤੇ ਬੇਸ਼ੱਕ ਘਰ ਦੇ ਵਿੱਚੋਂ ਸਾਰਾ ਕੰਮ ਕਰਦੀਆਂ ਹੋਣ, ਬੱਚਿਆਂ ਨੂੰ ਸੰਭਾਲਦੀਆਂ ਹੋਣ, ਪਰਿਵਾਰ ਨੂੰ ਸੰਭਾਲਦੀਆਂ ਹੋਣ, ਤਾਂ ਉਸ ਤੋਂ ਬਾਅਦ ਵੀ ਉਹਨਾਂ ਨੂੰ ਇੱਜ਼ਤ ਤੱਕ ਨਹੀਂ ਮਿਲਦੀ। ਤਾਂ ਅਜਿਹੇ ਵਿੱਚ ਜ਼ਰੂਰੀ ਹੈ ਕਿ ਉਹ ਆਪਣੀ ਨਵੀਂ ਜ਼ਿੰਦਗੀ ਨੂੰ ਸ਼ੁਰੂ ਕਰਨ, ਤੇ ਨਵੀਂ ਜ਼ਿੰਦਗੀ ਕਦੀ ਵੀ ਸ਼ੁਰੂ ਕੀਤੀ ਜਾ ਸਕਦੀ ਹੈ ਤੇ ਇਹੋ ਜਿਹੇ ਮਾਹੌਲ ਨੂੰ ਤੁਰੰਤ ਛੱਡ ਦਿੱਤਾ ਜਾਵੇ। ਜਦੋਂ ਤੱਕ ਪਰਿਵਾਰ ਦੇ ਵੱਲੋਂ, ਦੋਸਤਾਂ ਮਿੱਤਰਾਂ ਦੇ ਵੱਲੋਂ ਹੌਸਲਾ ਨਹੀਂ ਮਿਲਦਾ, ਤਾਂ ਅਜਿਹੇ ਵਿੱਚ ਕਈ ਔਰਤਾਂ ਆਪਣੀ ਜ਼ਿੰਦਗੀ ਦਾ ਅਜਿਹਾ ਕੋਈ ਵੱਡਾ ਫੈਸਲਾ ਲੈ ਨਹੀਂ ਪਾਉਂਦੀਆਂ। ਤਾਂ ਅਜਿਹੇ ਵਿੱਚ ਜ਼ਰੂਰੀ ਹੈ, ਜਿਵੇਂ ਕਿ ਜਾਗਰੂਕਤਾ ਇਸ ਸਮੇਂ ਲਗਾਤਾਰ ਫੈਲਾਈ ਜਾ ਰਹੀ ਹੈ, ਜੋ ਕਿ ਮਨਦੀਪ ਕੌਰ ਦਾ ਬੇਹੱਦ ਮੰਦਭਾਗਾ ਮਾਮਲਾ ਸਾਹਮਣੇ ਆਇਆ, ਕੁਝ ਉਸੇ ਤਰ੍ਹਾਂ ਹੋਰ ਔਰਤਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜੇਕਰ ਅਜਿਹੇ ਮਾਹੌਲ ਦੇ ਵਿੱਚ ਉਹ ਰਹਿ ਰਹੀਆਂ ਨੇ, ਤਾਂ ਕਈ ਸੰਸਥਾਵਾਂ ਨੇ ਜਾਂ ਫਿਰ ਜੋ ਉਹਨਾਂ ਦੇ ਨੇੜੇ ਦੇ ਕੋਈ ਦੋਸਤ ਮਿੱਤਰ ਜਿਨ੍ਹਾਂ ਦੇ ਉੱਤੇ ਉਹ ਭਰੋਸਾ ਕਰ ਸਕਦੀਆਂ ਹੋਣ, ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰਨ,
ਤੇ ਇਹੋ ਜਿਹੇ ਮਾਹੌਲ ਦੇ ਵਿੱਚ ਉਹ ਖੁਦ ਨੂੰ ਆਪ ਕੱਢ ਸਕਦੀਆਂ ਨੇ ਤੇ ਉਸ ਦੇ ਵਿੱਚੋਂ ਨਿਕਲਣ। ਸਿਰਫ ਇਹ ਨਹੀਂ ਹੈ ਕਿ ਸਰੀਰਕ ਤੌਰ ਦੇ ਉੱਤੇ ਜੇਕਰ ਕੋਈ ਹਿੰਸਾ ਦਾ ਸਾਹਮਣਾ ਕਰ ਰਿਹਾ ਹੈ ਤਾਂ ਉਹੀ ਘਰੇਲੂ ਹਿੰਸਾ ਹੈ, ਮਾਨਸਿਕ ਤੌਰ ਦੇ ਉੱਤੇ ਦਬਾਅ ਵੀ। ਜੇਕਰ ਕੈਨੇਡਾ ਸਰਕਾਰ ਦੀ ਵੈਬਸਾਈਟ ਦੇ ਉੱਤੇ ਹੀ ਦੇਖੀਏ ਜੋ ਲਗਾਤਾਰ ਘਰੇਲੂ ਹਿੰਸਾ ਦੇ ਨਾਲ ਜੁੜੇ ਮਾਮਲਿਆਂ ਦੇ ਬਾਰੇ ਰਿਪੋਰਟਸ ਦਿੱਤੀਆਂ ਜਾਂਦੀਆਂ ਨੇ ਤਾਂ ਇਸ ਦੇ ਵਿੱਚ ਜਦੋਂ ਘਰੇਲੂ ਹਿੰਸਾ ਦਾ ਜ਼ਿਕਰ ਕੀਤਾ ਜਾਂਦਾ ਹੈ ਤਾਂ ਉਸ ਦੇ ਵਿੱਚ ਵੱਖੋ ਵੱਖਰੇ ਪੱਧਰ ਦੇ ਉੱਤੇ ਲਿਖਿਆ ਗਿਆ ਹੈ ਕਿ ਘਰੇਲੂ ਹਿੰਸਾ ਸਿਰਫ ਸਰੀਰਕ ਤੌਰ ਦੇ ਉੱਤੇ ਹੋਣ ਵਾਲੀ ਹਿੰਸਾ ਨਹੀਂ ਹੈ, ਸਗੋਂ ਮਾਨਸਿਕ ਤੌਰ ਦੇ ਉੱਤੇ ਦਬਾਅ ਬਣਾਇਆ ਜਾਣਾ, ਸਿਰਫ ਇੱਕ ਘਰ ਦਾ ਕੰਮ ਕਰਨ ਵਾਸਤੇ ਹੀ ਉਸ ਨੂੰ ਮਜਬੂਰ ਕਰਨਾ ਜੋ ਕਰਨਾ ਨਾ ਚਾਹੁੰਦੀ ਹੋਵੇ। ਤੇ ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਆਪੋ ਆਪਣੇ ਪੱਧਰ ਦੇ ਉੱਤੇ ਉਮੀਦਾਂ ਦਾ ਪ੍ਰਗਟਾਵਾ ਉਸ ਤੋਂ ਕਰਨਾ, ਮਾਨਸਿਕ ਪੱਧਰ ਦੇ ਉੱਤੇ ਉਸ ਨੂੰ ਦਬਾਅ ਵਿੱਚ ਬਣਾਏ ਰੱਖਣਾ, ਜਦ ਕਿ ਉਸ ਦੀਆਂ ਕੀ ਉਮੀਦਾਂ ਨੇ, ਉਸ ਦੇ ਕੀ ਸੁਪਨੇ ਨੇ, ਉਸ ਨੂੰ ਜਾਣਨ ਦੀ ਕੋਸ਼ਿਸ਼ ਤੱਕ ਨਾ ਕਰਨਾ ਤੇ ਦੱਬ ਘੁੱਟ ਕੇ ਆਪਣੀ ਜ਼ਿੰਦਗੀ ਉਹ ਔਰਤ ਜਦੋਂ ਜਿਉ ਰਹੀ ਹੋਵੇ ਤਾਂ ਅਜਿਹੇ ਵਿੱਚ ਗਲਤ ਕਦਮ ਚੁੱਕਣ ਦੇ ਵਾਸਤੇ ਜਾਂ ਉਹ ਮਜਬੂਰ ਹੁੰਦੀ ਹੈ, ਜਿਵੇਂ ਕਿ ਮਨਦੀਪ ਕੌਰ ਨੇ ਕੀਤਾ, ਜਾਂ ਫਿਰ ਅਜਿਹੇ ਵਿੱਚ ਉਹ ਖੁਦ ਨੂੰ ਕੋਈ ਬਿਮਾਰੀ ਲਾ ਲੈਂਦੀ ਹੈ ਕਿਉਂਕਿ ਮਾਨਸਿਕ ਪਰੇਸ਼ਾਨੀ ਤੋਂ ਹੀ ਕਈ ਵੱਡੀਆਂ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ ਤਾਂ ਅਜਿਹੇ ਵਿੱਚ ਸਾਰੀ ਜ਼ਿੰਦਗੀ ਦੇ ਉੱਤੇ ਕਾਫੀ ਬੁਰਾ ਪ੍ਰਭਾਵ ਪੈਂਦਾ ਹੈ। ਤਾਂ ਇਸ ਮੌਕੇ ਸਭ ਤੋਂ ਪਹਿਲਾਂ ਤੁਹਾਡੇ ਨਾਲੋਂ ਵੀਡੀਓ ਸਾਂਝੀ ਕਰਾਂਗੇ ਅਸੀਂ ਜੋ ਕਿ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਇਨਸਾਫ ਦੀ ਮੰਗ ਮਨਦੀਪ ਕੌਰ ਦੇ ਲਈ ਲਗਾਤਾਰ ਕੀਤੀ ਜਾ ਰਹੀ ਹੈ। ਦ ਕਾਲ ਮੂਵਮੈਂਟ ਸੰਸਥਾ ਦੇ ਵੱਲੋਂ ਵੀ ਇਸ ਸੰਬੰਧੀ ਲਗਾਤਾਰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਵੀਡੀਓ ਵੀ ਉਹਨਾਂ ਨੇ ਸਾਂਝੀ ਕੀਤੀ ਹੈ ਜੋ ਕਿ ਨਿਊਯਾਰਕ ਦੇ ਵਿੱਚ ਪ੍ਰਦਰਸ਼ਨ ਹੋਇਆ, ਭਾਈਚਾਰਾ ਇਕੱਠਾ ਹੋਇਆ ਜਿਨ੍ਹਾਂ ਨੇ ਅਫਸੋਸ ਦਾ ਪ੍ਰਗਟਾਵਾ ਕੀਤਾ ਤੇ ਮਨਦੀਪ ਕੌਰ ਦੇ ਲਈ ਲਗਾਤਾਰ ਇਨਸਾਫ ਦੀ ਮੰਗ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਬਟ ਮਰਨਾ ਹੱਲ ਨਹੀਂ ਆ, ਇਹ ਅੱਖਾਂ ਮਿਟਣੀਆਂ ਨਹੀਂ ਕਿਸੇ ਨੇ। ਜੇ ਤੁਹਾਨੂੰ ਲੱਗਦਾ ਤੁਹਾਡੇ ਨੈਕਸਟ ਡੋਰ ਚੀਕਾਂ ਪੈਂਦੀਆਂ ਆ, ਕਿਸੇ ਨੂੰ ਕੁੱਟ ਪੈਂਦੀ ਆ, ਕੋਈ ਬੰਦਾ ਦੁਖੀ ਆ, ਭੱਜ ਕੇ ਜਾਓ, ਚਾਹੇ ਰਾਤ ਦੇ 2 ਵਜੇ ਹੋਣ। ਸਾਡੀ ਮੇਰੇ ਘਰ ਦੇ ਕੋਲ ਜੇ ਕਦੀ ਇਦਾਂ ਦੀ ਹਾਦਸਾ ਹੋਇਆ, ਸਭ ਤੋਂ ਪਹਿਲਾਂ 2-3 ਵਜੇ ਨੀਚੇ ਮੈਂ ਗਈ ਆ, ਉੱਤਰ ਕੇ ਪੁਲਿਸ ਨੂੰ ਬੁਲਾਇਆ ਗਿਆ। ਸੋ ਜੇ ਤੁਸੀਂ ਆਪਣੇ ਆਲੇ ਦੁਆਲੇ ਨੂੰ ਨਹੀਂ ਦੇਖੋਗੇ ਤਾਂ ਏਦਾਂ ਹੀ ਮੌਤਾਂ ਹੁੰਦੀਆਂ ਰਹਿਣਗੀਆਂ। ਇਹ ਬਹੁਤ ਲੰਬਾ ਸਮਾਂ ਪਹਿਲਾਂ ਇਦਾਂ ਹੁੰਦਾ ਸੀ, ਇੰਡੀਆ ਦੇ ਵਿੱਚ ਕੁੜੀਆਂ ਮਰ ਜਾਂਦੀਆਂ ਸੀ। ਅਮਰੀਕਾ ਦੇ ਵਿੱਚ ਬੜੀ ਸ਼ੇਮ ਦੀ ਗੱਲ ਆ, ਇੰਡੀਆ ਤੋਂ ਫੋਨ ਆ ਰਹੇ ਨੇ ਕਿ ਤੁਹਾਡੀ ਅਮਰੀਕਾ ਵਰਗੀ ਕੰਟਰੀ ਦੇ ਵਿੱਚ ਇੱਕ ਕੁੜੀ ਇੰਨੀ ਦੁੱਖ ਦੇ ਨਾਲ ਮਰ ਗਈ, ਕਿਸੇ ਨੇ ਉਹਦੀ ਆਵਾਜ਼ ਨਹੀਂ ਫੜੀ। ਸਾਨੂੰ ਸ਼ੈਲਟਰ ਦੀ ਲੋੜ ਹੈ, ਵੂਮਨ ਸ਼ੈਲਟਰ ਨੂੰ। ਸਾਡੇ ਪਾਕਿਸਤਾਨੀ ਭਰਾਵਾਂ ਨੇ ਇਕਨਾ ਨਾਮ ਦਾ ਸ਼ੈਲਟਰ ਬਣਾਇਆ ਆਪਣੀ ਕਮਿਊਨਿਟੀ ਦੇ ਲਈ ਕਿ ਜੇ ਸਾਡੀ ਭੈਣ ਨੂੰ ਕੋਈ ਪ੍ਰੋਬਲਮ ਆਵੇ, ਇਦਾਂ ਦੀ ਭੈਣ ਨੂੰ ਕਿਤੇ ਜਗ੍ਹਾ ਨਹੀਂ ਹੈਗੀ, ਅਸੀਂ ਉਹਨੂੰ ਉਸ ਸ਼ੈਲਟਰ 'ਚ ਰੱਖ ਸਕੀਏ। ਸਾਡੇ ਕੋਲ ਕਮਿਊਨਿਟੀ ਸੈਂਟਰ ਹੋਵੇ ਜਿੱਥੇ ਸਾਡੀ ਭੈਣ ਆ ਕੇ ਸਾਨੂੰ ਦੱਸੇ, ਸਾਡੇ ਕੋਲ ਕੋਈ ਫੰਡ ਹੋਵੇ ਪਿਆ ਜਿੱਥੋਂ ਅਸੀਂ ਇਹਨਾਂ ਦੀ ਹੈਲਪ ਕਰੀਏ। ਸਾਡੇ ਕੋਲ ਕੁਝ ਨਹੀਂ ਹੈਗਾ। ਸਾਡੀ ਅੱਜ ਵੀ ਭੈਣ ਕੋਈ ਨਿਕਲ ਕੇ ਹੁਣ ਤੁਹਾਡੇ ਤੋਂ ਵੀ ਕੋਈ ਖੜੀ ਹੋ ਜਾਵੇ ਨਾ, ਸਾਰੇ ਚਲੇ ਜਾਣਗੇ ਚੁੱਪ ਕਰਕੇ ਆਪਣੇ ਆਪਣੇ ਘਰਾਂ ਨੂੰ, ਤੇ ਕੀ ਹੋਏਗਾ? ਭੈਣ ਵਿਚਾਰੀ ਆਪਣਾ ਦੁੱਖ ਵੀ ਦੱਸ ਦੇਗੀ, ਲੋਕਾਂ ਦੇ ਵਿੱਚ ਨੰਗੀ ਵੀ ਹੋ ਜਾਏਗੀ, ਤਾਂ ਹੁਣ ਫਿਰ ਵੀ ਕੁਛ ਨਹੀਂ ਹੈਗਾ। ਸੋ ਮੇਰੇ ਕਹਿਣ ਦਾ ਮਤਲਬ ਹੈ ਪ੍ਰੈਕਟੀਕਲ ਹੋਵੋ ਸਾਰੇ ਜਾਣੇ। ਹੁਣ ਸਾਨੂੰ ਸਿਸਟਮ ਦੇ ਉੱਤੇ ਆਵਾਜ਼ ਉਠਾਉਣ ਦੀ ਲੋੜ ਆ। ਸਾਡੀ ਕਮਿਊਨਿਟੀ ਨੂੰ ਜੀਓ ਫੰਡ ਮਿਲਿਆ ਪੋਲੀਟੀਸ਼ੀਅਨ ਕੋਲੋਂ, ਜਿਹੜੇ ਇਲੈਕਟਡ ਅਫੀਸ਼ੀਅਲ ਨੇ, ਜਿਹੜੇ ਆਪਣੇ ਚ ਹੀ ਆਉਂਦੇ ਨੇ, ਆਪਣੇ ਤੋਂ ਵੋਟ ਲੈਂਦੇ ਨੇ, ਆਪਾਂ ਹੀ ਉਹਨਾਂ ਨੂੰ ਵੋਟਾਂ ਪਾਉਂਦੇ ਨੇ। ਸਾਡੇ ਲਈ ਕੁੱਖ ਨਹੀਂ ਕੀਤਾ, ਸਾਡੀ ਕਮਿਊਨਿਟੀ ਲਈ। ਸਪੈਨਿਸ਼ ਲੋਕਾਂ ਕੋਲ ਆਪਣੇ ਵੂਮਨ ਸ਼ੈਲਟਰ ਨੇ, ਪਾਕਿਸਤਾਨੀ ਲੋਕ ਉਹਨਾਂ ਕੋਲ ਆਪਣੇ ਨੇ। ਵੀ ਉਹ ਖੁਸ਼ ਨਹੀਂ ਸੀ, ਪਤਾ ਸੀ। ਮੈਂ ਕਹਿੰਦਾ ਮੈਂ ਹਰ ਉੱਥੇ ਰਹਿਣਾ, ਸਾਡਾ ਰੋਜ਼ ਦਾ ਤਜਰਬਾ ਹੈਗਾ। ਇਹ ਧੱਕਾ ਹੋਇਆ ਸਾਰਾ ਹੀ ਸਾਰਾ ਇਹਨਾਂ ਨੇ ਉਹਦੀ ਸੱਸ ਸਹੁਰੇ ਦੀਆਂ ਗੱਲਾਂ ਤੁਸੀਂ ਵੀਡੀਓ ਸੁਣੋ, ਕੀ ਕਹਿੰਦੀ ਉਹਨੂੰ। ਧੱਕਾ ਤਾਂ 2 ਸਾਲ ਤੋਂ ਹੋ ਰਿਹਾ ਸੀ, ਪਤਾ ਵੀ ਕਮਿਊਨਿਟੀ ਉਹ ਗੱਲ ਹੋ ਰਿਹਾ। ਤੁਹਾਨੂੰ ਉਹੀ ਗੱਲ ਆ, ਤੁਸੀਂ ਸਾਰੇ ਆਪਾਂ ਭੈਣਾਂ ਭਰਾਵਾਂ ਬੰਦੇ ਜੋ ਵੀ ਆ ਭੈਣਾਂ, ਸਾਡੀ ਆਪਦੀ ਭੈਣ ਸਮਝੋ, ਸਾਡੀ ਭੈਣ ਨਾ ਹੋਇਆ। 7 ਸਾਲ ਪਹਿਲਾਂ ਇੱਕ ਕੁੜੀ ਇੱਥੇ ਆਈ, ਮੈਂ ਆਪਦੇ ਘਰ 8 ਮਹੀਨੇ ਰੱਖ ਕੇ ਉਹਦਾ ਵਿਆਹ ਕੀਤਾ। ਇੱਥੇ ਰੁਲਦੀ ਫਿਰਦੀ 5 ਫੁੱਟ 6 ਇੰਚ ਕੱਟਾ ਹੋਈ ਜਾਂਦੇ ਨੇ, ਕੋਈ ਨਹੀਂ ਪੁੱਛਦਾ। ਪਰ ਸਿੰਘੋ ਕੋਈ ਗੱਲ ਨਹੀਂ, ਕਿਹੜੀਆਂ ਹੁਣ ਤੁਸੀਂ ਕਹੋ ਤਾਂ $1 ਮਿਲੀਅਨ ਇਕੱਠਾ ਹੋ ਜਾਊ, ਤੁਸੀਂ ਕਰੋ ਤਾਂ ਸਹੀ। ਅਸੀਂ ਕਰਨਾ ਆਪਦੀ ਕਮਿਊਨਿਟੀ ਲਈ, ਆਪਣੀਆਂ ਧੀਆਂ ਲਈ। ਸ਼ਰਾਬਾਂ ਪੀਂਦੇ ਨੇ ਇੱਥੇ, ਹੋਰ ਕਿਸੇ ਨੇ ਸੁਣਵਾ ਕੱਲ ਕੋਲ ਸਾਡੀਆਂ ਕੁੜੀਆਂ ਇੱਥੇ ਵੀ ਉਹੀ ਹਾਲ ਆ ਜਿਹੜਾ ਇੰਡੀਆ ਦੇ ਵਿੱਚ। ਸੋ ਹੁਣ ਆਪਾਂ ਆਉਣ ਵਾਲਾ ਪ੍ਰੋਗਰਾਮ ਲੀਕਾਂਗੇ, ਪ੍ਰੋਗਰਾਮ ਪਾਵਾਂਗੇ, ਸਾਰਾ ਕੁਝ ਸਾਰਿਆਂ ਨਾਲ ਗੱਲ ਕਰਦੇ ਆ। ਪਰ ਇੰਨੀ ਗੱਲ ਨਹੀਂ ਆਪਾਂ ਕੱਸ਼ ਕਰਕੇ ਚਲੇ ਗਏ, ਇਹਦੇ ਨਾਲ ਗੱਲ ਨਹੀਂ ਮੁੱਕਣੀ ਹੈਗੀ। ਜਸਟਿਸ ਮਿਲਣਾ ਚਾਹੀਦਾ, ਜਸਟਿਸ ਲੈਣਾ, ਕੋਈ ਗੱਲ ਨਹੀਂ। ਆਪਾਂ ਸਾਰਾ ਕੁਝ ਵਰਲਡ ਵਾਈਜ਼ ਕੋਈ ਪ੍ਰੋਗਰਾਮ ਬਣਾਉਣਾ। ਕਿੰਨੀਆਂ ਸਾਡੀਆਂ ਕੁੜੀਆਂ ਇੰਡੀਆ ਦੇ ਫੂਕਤੀਆਂ 7 ਸਮੁੰਦਰਾਂ ਪਾਰ, ਅੱਜ ਅਮਰੀਕਾ ਦੀ ਧਰਤੀ ਤੇ ਜੋ ਆਪਾਂ ਇਕੱਠੇ ਹੋਵਾਂਗੇ। ਆ ਬਹੁਤ ਘੱਟ ਇਕੱਠਾ, ਬਹੁਤ ਘੱਟ ਇਕੱਠਾ। ਮੈਂ ਕਹਿੰਦਾ ਮੈਂ ਇਕੱਲਾ ਆ ਕੇ ਗਿਆ, ਮੇਰੀ ਕੁੜੀ ਆ, ਉਹਨੂੰ ਮੈਂ 8-9 ਸਾਲ ਪਹਿਲਾਂ ਵਿਆਹ ਕੀਤਾ। ਮੈਂ ਪੁੱਤ ਜੇ ਕੁਝ ਕਹਿਣ ਨਾ ਤਾਂ ਲੜੀਦਾ ਨਹੀਂ ਹੁੰਦਾ, ਜੋ ਕਹਿਣ। ਅੱਜ ਉਹ ਮੈਨੂੰ ਰੋਕ ਕੇ ਗਿਆ, ਕਹਿੰਦੀ ਜੇ ਮੈਂ ਪੜ੍ਹੀ ਲਿਖੀ ਨਾ ਤੇ ਮੇਰੇ ਨਾਲ ਵੀ ਇਹੀ ਹੋਣੀ ਸੀ। ਮੈਂ 2 ਵਜੇ ਆ ਕੇ ਗਿਆ, ਇੱਥੇ ਘਰ ਦੇਖਿਆ ਕੋਈ ਨਹੀਂ, ਮੈਂ ਕੀ ਕਰੀਏ ਨਾ। ਤੁਸੀਂ ਆਏ ਹੋ, ਬਹੁਤ ਕੁਝ ਕਰ ਸਕਦੇ ਆ। ਇਹ ਨਹੀਂ ਜਿਹੜੇ ਮਨਦੀਪ ਕੌਰ ਸੀ, ਇਹਨਾਂ ਦੇ ਨਾਲ ਕਾਫੀ ਤਾਲੁਕ ਹੈਗੇ ਸੀ, ਇਹਨਾਂ ਦੇ ਫੈਮਿਲੀ ਰਿਲੇਸ਼ਨ ਸੀ ਜੀ। ਸਾਰੇ ਫਿਰ ਆਹੀ ਪੁੱਛਣਾ ਚਾਹੁੰਦੇ ਵੇ ਕਿ ਜੋ 2 ਬੇਟੀਆਂ ਹੈ ਮਨਦੀਪ ਕੌਰ ਦੇ, ਉਹਨਾਂ ਦਾ ਕੀ ਫਿਊਚਰ ਹੈ।
ਬੇਨਤੀ ਜੀ ਉਹਨਾਂ ਨਾਲ ਮੇਰਾ ਪਰਿਵਾਰਕ ਸੰਬੰਧ ਆ ਤੇ ਕੱਲ ਵੀ ਉਹ ਬੱਚੀਆਂ ਮੇਰੇ ਕੋਲ ਸੀ। ਮੈਂ ਉਹਦੇ ਨਾਨਕਿਆਂ ਨਾਲ ਗੱਲਬਾਤ ਵੀ ਕਰਾਈ ਸੀ ਤੇ ਸਾਰੀ ਕਮਿਊਨਿਟੀ ਇਹੀ ਪੁੱਛ ਰਹੀ ਵੀ ਬੱਚੀਆਂ ਦਾ ਆਉਣ ਵਾਲੇ ਸਮੇਂ 'ਚ ਆਪਾਂ ਕੀ ਕਰਨਾ। ਮੈਂ ਬੇਨਤੀ ਇਹ ਕਰਦਾ ਵਾਂ ਵੀ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਅੱਜ ਕਮਿਊਨਿਟੀ ਸਾਡੇ ਨਾਲ ਖੜੀ ਹੋ ਗਈ ਆ, ਪਰ ਇਸ ਤੋਂ ਪਹਿਲਾਂ ਮੈਂ ਇਕੱਲਾ ਹੀ ਸੀਗਾ। ਮੇਰਾ ਵਿਚਾਰ ਇਹ ਆ ਵੀ ਜੇ ਮੈਂ ਉਹ ਜਿਹੜਾ ਬੱਚੀਆਂ ਦਾ ਬਾਪ ਆ ਉਹ ਮੇਰੇ ਹਜੇ ਵੀ ਸੰਪਰਕ 'ਚ ਹੀ ਹੈ, ਮੈਂ ਉਹਦੇ ਨਾਲ ਗੱਲਬਾਤ ਕਰੂੰਗਾ ਵੀ ਉਹ ਸਾਨੂੰ ਲਿਖ ਕੇ ਦੇ ਦੇਵੇ ਔਰ ਅਸੀਂ ਆਪਣੇ, ਕਿਉਂਕਿ ਸਾਡੇ ਪਰਿਵਾਰ ਦੇ ਜੀਆਂ ਨੂੰ ਜਾਣਦੇ ਆਪਣੇ ਘਰ ਲੈ ਜਾਵਾਂਗੇ। ਉਸ ਤੋਂ ਬਾਅਦ ਕਮਿਊਨਿਟੀ ਸਹਿਯੋਗ ਦੇਵੇ ਤੇ ਜਿਹੜੀਆਂ ਉਹ ਬੱਚੀਆਂ ਵਾ ਆਉਣ ਵਾਲੇ ਸਮੇਂ 'ਚ ਆਪਾਂ ਵਧੀਆ ਤਰੀਕੇ ਨਾਲ ਪੜ੍ਹਾਈਏ ਕਰੀਏ। ਜਿਵੇਂ ਸਾਡੇ ਲੀਡਰ ਸਾਹਿਬਾਨ ਕਹਿ ਰਹੇ ਵੀ ਇਹ ਉੱਤੋਂ ਤੱਕ ਪਹੁੰਚ ਕਰ ਰਹੇ ਆ ਸਰਕਾਰੀ ਦਰਬਾਰੇ, ਜੇਕਰ ਨਾਨੀ ਨਾਨੇ ਨੂੰ ਜਾਂ ਲੜਕੀਆਂ ਦੀ ਮਾਸੀ ਨੂੰ ਵੀਜ਼ਾ ਮਿਲ ਜਾਂਦਾ ਸਾਡੇ ਵਾਸਤੇ ਬਹੁਤ ਸੌਖਾ ਹੋਊਗਾ। ਨਹੀਂ ਤੇ ਤੁਸੀਂ ਸਾਰੀ ਕਮਿਊਨਿਟੀ ਸਹਿਯੋਗ ਦਿਓ, ਪਿੱਛੇ ਨਾ ਹਟਿਓ, ਸਾਡਾ ਪਰਿਵਾਰ ਸਭ ਤੋਂ ਅੱਗੇ ਲੱਗੂ। ਇਸ ਸਮੇਂ ਜਿੱਥੇ ਇੱਕ ਪਾਸੇ ਮਨਦੀਪ ਕੌਰ ਦੇ ਲਈ ਇਨਸਾਫ ਦੀ ਮੰਗ ਉੱਠ ਰਹੀ ਹੈ ਤਾਂ ਦੂਜੇ ਪਾਸੇ ਜਾਗਰੂਕਤਾ ਦੀ ਜਦੋਂ ਗੱਲ ਕੀਤੀ ਜਾ ਰਹੀ ਹੈ ਤਾਂ ਅੱਗੇ ਤੋਂ ਅੱਗੇ ਇਹ ਜਾਣਕਾਰੀ ਪਹੁੰਚਾਉਣ ਦੀ ਅਹਿਮ ਲੋੜ ਹੈ ਕਿ ਜਿੰਨੀਆਂ ਵੀ ਔਰਤਾਂ ਕਿਤੇ ਨਾ ਕਿਤੇ ਮਾਨਸਿਕ ਦਬਾਅ ਦਾ ਸਾਹਮਣਾ ਕਰ ਰਹੀਆਂ ਹੋਣ, ਅਜਿਹੇ ਵਿੱਚ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਦਬਾਅ ਦਾ ਸਾਹਮਣਾ ਕਰਨ ਦੀ ਲੋੜ ਨਹੀਂ ਹੈ। ਬੇਸ਼ੱਕ ਕੋਈ ਔਰਤ ਹੋਵੇ ਜਾਂ ਪੁਰਸ਼, ਹਰ ਕੋਈ ਆਪਣੇ ਪੱਧਰ ਦੇ ਉੱਤੇ ਆਪਣੀਆਂ ਸ਼ਰਤਾਂ ਦੇ ਉੱਤੇ ਆਜ਼ਾਦ ਜ਼ਿੰਦਗੀ ਜਿਉਣ ਦਾ ਹੱਕਦਾਰ ਹੈ ਤੇ ਇਸ ਗੱਲ ਨੂੰ ਜਾਣਦੇ ਤਾਂ ਸਾਰੇ ਹੀ ਹੋਣਗੇ, ਪਰ ਅਮਲ ਕੋਈ ਕਰਦਾ ਏ ਤਾਂ ਅਜਿਹੇ ਵਿੱਚ ਜ਼ਰੂਰੀ ਹੈ ਕਿ ਪਰਿਵਾਰਕ ਦਬਾਅ ਖਾਸ ਤੌਰ ਦੇ ਉੱਤੇ ਇਹ ਸੋਚਣਾ ਕਿ ਲੋਕ ਕੀ ਕਹਿਣਗੇ ਜਾਂ ਫਿਰ ਪਰਿਵਾਰ ਦੀ ਇਸ ਦੇ ਵਿੱਚ ਬੇਇੱਜ਼ਤੀ ਹੋ ਜਾਵੇਗੀ, ਇਹੋ ਗੱਲ ਸੋਚ ਕੇ ਘਰ ਦੇ ਵਿੱਚ ਹੋ ਰਹੇ ਬੁਰੇ ਵਤੀਰੇ ਨੂੰ ਲਗਾਤਾਰ ਨਾ ਸਹਿਆ ਜਾਵੇ। ਜਿਵੇਂ ਕਿ ਰਿਪੋਰਟਸ ਹਰ ਸਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ, ਵੱਡੀ ਗਿਣਤੀ ਅੰਕੜੇ ਸਾਂਝੇ ਕੀਤੇ ਜਾਂਦੇ ਨੇ ਕਿ ਘਰੇਲੂ ਹਿੰਸਾ ਦੇ ਮਾਮਲੇ ਜੋ ਸਾਹਮਣੇ ਆਏ ਨੇ ਉਸ ਦੇ ਵਿੱਚ ਕਈਆਂ ਦੇ ਨਾਲ ਜੋ ਸਰੀਰਕ ਤੌਰ ਦੇ ਉੱਤੇ ਹਿੰਸਾ ਹੋਈ ਹੈ ਜਾਂ ਮਾਨਸਿਕ ਤੌਰ ਦੇ ਉੱਤੇ ਜਾਂ ਉਹਨਾਂ ਨੂੰ ਕਈ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਅਜਿਹੇ ਵੀ ਵੱਡੀ ਗਿਣਤੀ ਵਿੱਚ ਮਾਮਲੇ ਨੇ ਜਿਨ੍ਹਾਂ ਨੂੰ ਕਦੇ ਰਿਪੋਰਟ ਹੀ ਨਹੀਂ ਕੀਤਾ ਗਿਆ, ਜੋ ਅੰਕੜਿਆਂ ਦੇ ਵਿੱਚ ਕਦੇ ਸ਼ਾਮਲ ਹੀ ਨਹੀਂ ਹੋਏ। ਜਿਵੇਂ ਮਨਦੀਪ ਨਾਲ ਕਈ ਸਾਲ ਤੋਂ ਹਿੰਸਾ ਹੁੰਦੀ ਆ ਰਹੀ ਸੀ ਪਰ ਉਸਨੇ ਕਿਸੇ ਦੇ ਨਾਲ ਸਾਂਝਾ ਨਹੀਂ ਕੀਤਾ। ਅਜਿਹੀਆਂ ਹੋਰ ਪਤਾ ਨਹੀਂ ਕਿੰਨੀਆਂ ਮਨਦੀਪ ਹੋਣਗੀਆਂ ਜਿਹੜੀਆਂ ਕਿ ਦੱਬ ਘੁੱਟ ਕੇ ਆਪਣੀ ਜ਼ਿੰਦਗੀ ਜਿਉ ਰਹੀਆਂ ਹੋਣ ਜਦ ਕਿ ਉਹਨਾਂ ਦੇ ਨਾਲ ਇੰਨਾ ਬੁਰਾ ਵਤੀਰਾ ਹੋ ਰਿਹਾ ਹੋਵੇ। ਜਿਵੇਂ ਕਿ ਇਸ ਸਮੇਂ ਮਨਦੀਪ ਦੇ ਵਾਸਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਲਗਾਤਾਰ ਇਸ ਮੁੱਦੇ ਨੂੰ ਚੁੱਕਿਆ ਜਾ ਰਿਹਾ ਹੈ ਤੇ ਨਾਲ ਹੀ ਭਾਈਚਾਰੇ ਵਿੱਚ ਜਾਗਰੂਕਤਾ ਵੀ ਫੈਲਾਈ ਜਾ ਰਹੀ ਹੈ ਕਿ ਖੁਦ ਨਾਲ ਧੱਕਾ ਬਿਲਕੁਲ ਵੀ ਬਰਦਾਸ਼ਤ ਨਾ ਕੀਤਾ ਜਾਵੇ।